ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿੱਥੇ ਵਾਹਿਗੁਰੂ ਜੀ ਅਥਾਹ ਹਨ, ਬੇਅੰਤ ਹਨ, ਅਗਮ ਹਨ, ਇਨਸਾਨ ਦੀ ਪਹੁੰਚ ਬੁੱਧੀ ਤੋਂ ਪਰੇ ਹਨ, ਉੱਥੇ ਪਰਮੇਸ਼ਰ ਦੇ ਕਰਤੱਵ ਵੀ ਅਗੰਮ ਆ, ਇਨਸਾਨ ਦੀ ਪਹੁੰਚ ਬੁੱਧੀ ਤੋਂ ਪਰੇ ਆ। ਪਰਮੇਸ਼ਰ ਆਪਣੇ ਭਗਤਾਂ ਨੂੰ ਇੰਨਾ ਲਾਡ ਲਡਾਉਂਦਾ, ਇੰਨਾ ਪਿਆਰ ਕਰਦਾ ਕਿ ਉਹਨਾਂ ਦੀ ਵਡਿਆਈ ਦੁਨੀਆ ਦੇ ਵਿੱਚ ਦਰਸਾਉਣ ਵਾਸਤੇ ਕੁਛ ਐਸੇ ਅਚੰਭੇ ਭਰੇ ਕਾਰਜ ਪਰਮੇਸ਼ਰ ਕਰਦਾ ਕਿ ਜਿਹਦੇ ਉੱਤੇ ਆਮ ਆਦਮੀ ਦਾ ਯਕੀਨ ਕਰਨਾ ਅਸੰਭਵ ਜਾਪਦਾ ਹੈ। ਪਰ ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਆ ਜਾਂ ਪਿਆਰਿਆਂ ਦੇ ਸ਼ਰਧਾਲੂ ਹੁੰਦੇ ਆ, ਉਹਨਾਂ ਨੂੰ ਪਤਾ ਹੈਗਾ ਕਿ ਵਾਹਿਗੁਰੂ ਜੀ ਅਚਰਜ ਰੂਪ ਆ, ਵਿਸਮਾਦ ਵਾ, ਅਤੇ ਉਹਨਾਂ ਦੇ ਕਾਰਜ ਵੀ ਇਸੇ ਤਰ੍ਹਾਂ ਅਚਰਜ ਅਤੇ ਵਿਸਮਾਦ ਹੁੰਦੇ ਆ। ਦੇਖੋ, ਜਿਵੇਂ ਰਾਜਾ ਜਨਕ ਜੀ ਦੇ ਟਾਈਮ ਉਹਨਾਂ ਦੀ ਵਡਿਆਈ ਜੱਗ ਦੇ ਵਿੱਚ ਦਰਸਾਉਣ ਵਾਸਤੇ ਜਦ ਅੰਤ ਸਮਾਂ ਰਾਜੇ ਜਨਕ ਜੀ ਦਾ ਆਇਆ ਸੀ, ਉਹਨਾਂ ਟਾਈਮਾਂ ਦੇ ਵਿੱਚ ਰਾਜਾ ਜਨਕ ਜੀ ਜਦੋਂ ਵੈਕੁੰਠ ਧਾਮ ਸੱਚਖੰਡ ਗਏ ਸੀ ਤਾਂ ਫਿਰ ਉਹ ਇਕੱਲੇ ਨਹੀਂ ਸੀ ਗਏ। ਆਪਣੇ ਨਾਲ ਉਹਨਾਂ ਦੇ ਜਿੰਨੇ ਵੀ ਸ਼ਰਧਾਲੂ ਸੇਵਕ ਸੀਗੇ ਸਾਰੇ ਵੈਕੁੰਠ ਧਾਮ ਚਲੇ ਗਏ ਸੀਗੇ। ਜਿਵੇਂ ਭਾਈ ਗੁਰਦਾਸ ਜੀ ਦੀ ਗੁਰਬਾਣੀ ਦਾ ਫਰਮਾਨ ਹੈਗਾ ਕਿ ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਅਦਾਸੀ, ਦੇਵ ਲੋਕ ਨੂੰ ਚੱਲਿਆ, ਗੰਧ ਗੰਧਰਵ ਸਭਾ ਨਿਵਾਸੀ। ਇੰਨਾ ਭਾਰਾ ਜਿਹੜਾ ਸੰਗਤਾਂ ਦਾ, ਆਪਣੇ ਪ੍ਰੇਮੀਆਂ ਦਾ ਸਮੂਹ ਸੀ, ਸਾਰਾ ਹੀ ਰਾਜਾ ਜਨਕ ਆਪਣੇ ਟਾਈਮ ਸੱਚਖੰਡ ਲੈ ਗਏ ਸੀਗੇ। ਇਸੇ ਤਰ੍ਹਾਂ ਅਸੀਂ ਗੁਰੂ ਕਾਲ ਦੇ ਅੰਦਰ ਵੀ ਦੇਖਦੇ ਹਾਂ ਕਿ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਉਹਨਾਂ ਦੀ ਦੇਹੀ ਅਲੋਪ ਹੋ ਗਈ ਸੀ। ਕਿਉਂਕਿ ਜਿਹੜਾ ਗੁਰੂ ਸੀਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹ ਸ਼ਬਦ ਰੂਪ ਸੀਗੇ। ਸੋ ਜਿਹੜੀ ਸ਼ਬਦ ਰੂਪ ਆ ਉਹ ਜੋ ਇਨਸਾਨ ਦੀ ਦਿਸਦੀ ਅਸਲ ਦੇ ਵਿੱਚ ਹੁੰਦੀ ਨਹੀਂ ਆ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਪਨ ਦੇ ਵਿੱਚ ਜਦੋਂ ਵੇਈਂ 'ਚ ਚੁੱਭੀ ਲਾਈ ਸੀ ਅਤੇ ਚੁੱਭੀ ਲਾ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਖੰਡ ਗਏ ਸੀ, ਅਤੇ ਸੱਚਖੰਡ ਜਾ ਕੇ ਫਿਰ 3 ਦਿਨਾਂ ਬਾਅਦ ਫਿਰ ਵੇਈਂ ਦੇ ਵਿੱਚੋਂ ਬਾਹਰ ਨਿਕਲੇ ਸੀਗੇ। ਜਦੋਂ ਵੇਈਂ 'ਚੋਂ ਬਾਹਰ ਨਿਕਲੇ ਸੀ, ਸਭ ਦੇ ਵਿੱਚ ਇਹੋ ਹੀ ਪ੍ਰਸ਼ਨ ਸੀਗਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵੇਈਂ ਦੇ ਵਿੱਚ ਡੁੱਬ ਗਏ ਆ। ਉਸ ਟਾਈਮ ਸਮੇਂ ਦੇ ਜਿਹੜੇ ਲੋਕੀ ਸੀ ਉਹਨਾਂ ਨੇ ਜਾਲ ਵੀ ਪਾਏ। ਹੁਣ ਦੇਖੋ, ਜਿੱਥੇ ਸ਼ਬਦ ਰੂਪ ਸਰੀਰ ਵਾ, ਹੁਣ ਜਿਹੜੀ ਸ਼ਬਦ ਰੂਪ ਸਰੀਰ ਹੈਗਾ ਉਹ ਜਾਲ ਦੇ ਵਿੱਚ ਕਿਵੇਂ ਫਸ ਸਕਦਾ ਹੈਗਾ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 3 ਦਿਨਾਂ ਤੋਂ ਸੱਚਖੰਡ ਤੋਂ ਬਾਅਦ ਵਾਪਸ ਆਏ ਸੀ, ਤਾਂ ਫਿਰ ਵਾਪਸੀ ਦੇ ਵਿੱਚ ਆ ਕੇ ਫਿਰ ਬੇਬੇ ਨਾਨਕੀ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਿਆ ਸੀਗਾ ਕਿ ਮੈਂ ਸੱਚਖੰਡ ਗਿਆ ਸੀਗਾ। ਫਿਰ ਬੇਬੇ ਨਾਨਕੀ ਜੀ ਨੇ ਪੁੱਛਿਆ ਸੀਗਾ ਕਿ ਸੱਚਖੰਡ ਜਾ ਕੇ ਤੁਸੀਂ ਉੱਥੇ ਕੀ ਦੇਖਿਆ, ਕੀ ਲੈ ਕੇ ਆਏ ਆ। ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਸਿਆ ਸੀਗਾ, ਜਿਵੇਂ ਭਾਈ ਗੁਰਦਾਸ ਦੀ ਗੁਰਬਾਣੀ ਦਾ ਫਰਮਾਨ ਹੈ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। 2 ਚੀਜ਼ਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਲੈ ਕੇ ਆਏ ਸੀ। ਇੱਕ 9 ਨਿਧੀਆਂ ਦਾ ਖਜ਼ਾਨਾ ਨਾਮ, ਅਤੇ ਦੂਸਰਾ ਇਸ ਨਾਮ ਨੂੰ ਟਿਕਾਉਣ ਵਾਸਤੇ ਹਿਰਦੇ ਗਰੀਬੀ ਨਿਮਰਤਾ। ਸੋ ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਦਰਸ਼ਨ ਕਾਲ ਦੇ ਅੰਦਰ 3 ਵਾਰ ਸੋਧਰ ਦਾ ਪਾਠ ਉਚਾਰਿਆ ਹੈ। ਇੱਕ ਵਾਰ ਸੱਚਖੰਡ ਜਦੋਂ ਗਏ ਸੀ, ਉਸ ਟਾਈਮ ਸੱਚਖੰਡ ਦੇ ਵਿੱਚ ਪਰਮੇਸ਼ਰ ਦੀ ਸਿਫਤ ਕੀਤੀ ਸੀ ਪਰਮੇਸ਼ਰ ਦੇ ਸਾਹਮਣੇ। ਦੂਸਰਾ ਜਦ ਸਿੱਧਾ ਨਾਲ ਚਰਚਾ ਹੋਈ ਸੀ, ਉਸ ਟਾਈਮ ਸੋਧਰ ਦਾ ਪਾਠ ਉਚਾਰਿਆ ਸੀ। ਤੀਸਰਾ ਜਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੇਬੇ ਨਾਨਕੀ ਜੀ ਦੇ ਨਾਲ ਸੱਚਖੰਡ ਦੀ ਸਾਰੀ ਗੱਲਬਾਤ ਦੱਸੀ ਸੀ, ਫਿਰ ਸੋਧਰ ਦਾ ਪਾਠ ਉਚਾਰਿਆ ਸੀਗਾ। ਇਸ ਕਰਕੇ ਸੋਧਰ ਦੀ ਬਾਣੀ ਦਾ ਪਾਠ 3 ਵਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈਗਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜਦ ਅੰਤਿਮ ਸਮਾਂ ਹੋਇਆ ਸੀਗਾ, ਰਾਵੀ ਦਰਿਆ ਦੇ ਵਿੱਚ ਜਦ ਗਏ ਸੀ, ਮੁੜ ਵਾਪਸ ਨਹੀਂ ਆਏ, ਸੰਦੇਹੇ ਸੱਚਖੰਡ ਗਏ। ਇਸੇ ਤਰ੍ਹਾਂ ਕਲਗੀਧਰ ਮਹਾਰਾਜ ਜਦੋਂ ਆਪਣਾ ਸਰੀਰ ਉਹਨਾਂ ਨੇ ਉਸ ਟਾਈਮ ਛੱਡਿਆ ਸੀਗਾ, ਅਤੇ ਕਿਵੇਂ ਆਪਣੀ ਹੀ ਜਿਹੜੀ ਚੌਂਕੀ ਸੀਗੀ, ਚਿਤਾ ਸੀਗੀ ਚੰਦਨ ਦੇ ਲੱਕੜਿਆਂ ਦੀ, ਉਹ ਤਿਆਰ ਕਰਾਈ ਸੀ। ਆਲੇ ਦੁਆਲੇ ਕਨਾਤ ਤੰਬੂ ਲਾ ਦਿੱਤਾ ਸੀਗਾ, ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਪਰ ਉਸ ਤੋਂ ਬਾਅਦ ਅੰਦਰ ਕੀ ਹੋਇਆ ਕਿਸੇ ਨੂੰ ਕੋਈ ਖਬਰ ਨਹੀਂ, ਪਰ ਸਭ ਨੂੰ ਇਹੋ ਹੀ ਪਤਾ ਹੈ ਕਿ ਜਦੋਂ ਕਲਗੀਧਰ ਪਿਤਾ ਸੱਚਖੰਡ ਗਏ ਸੀ, ਘੋੜੇ ਵਾਲੀ ਜਗ੍ਹਾ 'ਤੇ ਘੋੜਾ ਨਹੀਂ ਸੀ, ਬਾਜ ਵਾਲੀ ਜਗ੍ਹਾ 'ਤੇ ਬਾਜ ਨਹੀਂ ਸੀ, ਅਤੇ ਮਹਾਰਾਜ ਜਾਂਦੇ ਜਾਂਦੇ ਕਈਆਂ ਸਿੰਘਾਂ ਨੂੰ ਦਰਸ਼ਨ ਵੀ ਦੇ ਕੇ ਗਏ ਸੀ। ਜਦੋਂ ਖਾਲਸਾ ਪੰਥ ਜਿਹੜਾ ਸੀਗਾ ਉਹ ਮਹਾਰਾਜ ਦੇ ਪ੍ਰੇਮ ਦੇ ਵਿੱਚ ਰੁਦਰ ਕਰਨ ਲੱਗਾ ਸੀਗਾ, ਬੈਰਾਗ ਦੇ ਵਿੱਚ ਉੱਚੀ ਉੱਚੀ ਭੁੱਬਾਂ ਮਾਰ ਕੇ, ਢਾਹਾਂ ਮਾਰ ਕੇ ਜਦ ਰੋਣ ਲੱਗਾ ਸੀਗਾ, ਉਸ ਟਾਈਮ ਮਹਾਰਾਜ ਨੇ ਧਰਵਾਸ ਦਿੱਤੀ ਸੀ।
ਇਸੇ ਤਰ੍ਹਾਂ ਅਸੀਂ ਇੱਕ ਨਹੀਂ ਅਨੇਕਾਂ ਘਟਨਾਵਾਂ ਦੇਖਦੇ ਹਾਂ ਕਿਵੇਂ ਬਾਬਾ ਸ਼੍ਰੀ ਚੰਦ ਜੀ ਦੇ ਛੋਟੇ ਭਰਾਤਾ ਉਹ ਸੱਚਖੰਡ ਸੰਦੇਹੇ ਚਲੇ ਗਏ ਸੀ। ਬਾਬਾ ਲਖਮੀ ਦਾਸ ਜੀ ਆਪਣੇ ਨਾਲ ਸੱਚਖੰਡ ਜਾਣ ਸਮੇਂ ਕਿਵੇਂ ਘੋੜੇ 'ਤੇ ਸਵਾਰ ਹੋ ਕੇ ਆਪਣੀ ਘਰਵਾਲੀ ਨਾਲ ਕੁੱਤਾ ਬਾਕੀ ਹੋਰ ਸਾਰਾ ਕੁਛ ਨਾਲ ਲੈ ਕੇ ਸੱਚਖੰਡ ਸੰਦੇਹੇ ਆਕਾਸ਼ ਮਾਰਗ ਥਾਣੀ ਚਲੇ ਗਏ ਸੀਗੇ। ਕਿਸੇ ਤੋਂ ਕੋਈ ਛੁਪੀਆਂ ਛੁਪਾਈਆਂ ਗੱਲਾਂ ਨਹੀਂ। ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਸਪੁੱਤਰ ਉਹ ਵੀ ਜਿਹੜੀ ਸੀ ਸੰਦੇਹੇ ਸੱਚਖੰਡ ਚਲੇ ਗਏ ਸੀ। ਕਿਉਂ ਸਭ ਨੂੰ ਪਤਾ ਹੈਗਾ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਦਾ ਅੰਤ ਸਮਾਂ ਆਇਆ ਸੀ ਉਸ ਟਾਈਮ ਬਾਬਾ ਸ਼੍ਰੀ ਚੰਦ ਜੀ ਜਿਹੜੀ ਦੇਹ ਸੀਗੀ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਾਂਗ ਅਲੋਪ ਹੋ ਗਈ ਸੀਗੀ। ਇਸ ਤਰ੍ਹਾਂ ਇੱਕ ਨਹੀਂ ਹੋਰ ਵੀ ਅਨੇਕਾਂ ਘਟਨਾਵਾਂ ਦੀ ਜੇਕਰ ਅਸੀਂ ਦੇਖਦੇ ਹਾਂ ਔਰ ਖ਼ਾਸ ਕਰਕੇ ਸੰਤ ਸਾਧੂਆਂ ਸਮਾਜਾਂ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਜਦੋਂ ਬਾਬਾ ਅਤਰ ਸਿੰਘ ਹੁਣਾਂ ਨੇ ਆਪਣਾ ਸਰੀਰ ਛੱਡਿਆ ਸੀਗਾ ਅਤੇ ਉਹਨਾਂ ਟਾਈਮਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਮਹਾਂਪੁਰਖਾਂ ਦੇ ਨੇ ਬਚਨ ਕੀਤਾ ਸੀਗਾ ਉਹਨਾਂ ਨੇ ਵੀ ਸਰੀਰ ਛੱਡੇ ਸੀਗੇ ਉਸ ਟਾਈਮ ਜਦੋਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਮਹਾਂਪੁਰਖ ਸੱਚਖੰਡ ਗਏ ਸੀਗੇ। ਇਸੇ ਤਰ੍ਹਾਂ ਕਿਵੇਂ ਇੱਕ ਸੇਵਕ ਜਿਹੜੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਜਿਹੜਾ ਸੀਗਾ 24 ਘੰਟੇ ਅੱਠੇ ਪੈਰ ਕਰਦੇ ਰਹਿੰਦੇ ਸੀ, ਕਿਵੇਂ ਜਦੋਂ ਉਹਨਾਂ ਨੇ ਆਪਣਾ ਸਰੀਰ ਛੱਡਿਆ ਸੀਗਾ ਅਤੇ ਇਹ ਸਰੀਰ ਛੱਡਣ ਦੇ ਨਾਲ ਕਿਵੇਂ ਬ੍ਰਹਮ ਅਗਨੀ ਦੇ ਨਾਲ ਆਪਣੇ ਸਰੀਰ ਦਾ ਆਪ ਹੀ ਸੰਸਕਾਰ ਕਰ ਦਿੱਤਾ ਸੀ। ਪਰ ਕਮਾਲ ਦੀ ਗੱਲ ਇਹ ਆ ਕਿ ਇਹੋ ਜਿਹੀ ਜਿਹੜੀ ਦੁਰਲੱਭ ਘਟਨਾ ਸੰਸਾਰ ਦੇ ਵਿੱਚ ਉਹ ਹਜ਼ਾਰਾਂ ਸਾਲ ਬਾਅਦ ਹੋਈ ਆ। ਕਿਵੇਂ ਉਸ ਬ੍ਰਹਮ ਅਗਨੀ ਦੇ ਨਾਲ ਜਦੋਂ ਉਹਨਾਂ ਦਾ ਸਰੀਰ ਦਾ ਅੰਤਮ ਕਿਰਿਆ ਪੂਰੀ ਹੋ ਰਹੀ ਸੀ ਤਾਂ ਸਾਰੀਆਂ ਸੰਗਤਾਂ ਜਿਹੜੀਆਂ ਸੀਗੀਆਂ ਉਹ ਆਪ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਦ੍ਰਿਸ਼ ਦੇਖ ਰਹੀਆਂ ਸੀਗੀਆਂ, ਪਰ ਉਹਨਾਂ ਦੇ ਅੰਦਰ ਜਿਹੜੀ ਸਰੀਰ ਦੇ ਥੱਲੇ ਚਿੱਟੀ ਵਿਛਾਈ ਹੋਈ ਚਾਦਰ ਸੀ ਉਸ ਨੂੰ ਸੇਕ ਤੱਕ ਨਹੀਂ ਲੱਗਾ ਸੀਗਾ। ਆਪਣੇ ਨਾਭੀ ਦੇ ਵਿੱਚੋਂ ਆਪ ਹੀ ਬ੍ਰਹਮ ਅਗਨ ਪੈਦਾ ਕਰਕੇ ਆਪਣੇ ਸਰੀਰ ਦਾ ਆਪ ਹੀ ਸੰਸਕਾਰ ਕਰਕੇ ਸੱਚਖੰਡ ਚਲੇ ਗਏ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਪਰਮੇਸ਼ਰ ਜਿਹੜਾ ਹੈ ਨਾ ਆਪਣੇ ਪਿਆਰਿਆਂ ਦੀ ਜਿਹੜੀ ਚੜ੍ਹਤ ਹੈਗੀ ਆ ਉਹ ਇਸੇ ਤਰ੍ਹਾਂ ਬਣਾ ਕੇ ਰੱਖਦਾ ਹੈਗਾ। ਇਸੇ ਤਰ੍ਹਾਂ ਭਗਤਾਂ ਦੇ ਜੀਵਨ ਦੇ ਵਿੱਚ ਵੀ ਆਉਂਦਾ ਹੈਗਾ ਕਿ ਕਿਵੇਂ ਬਾਬਾ ਕਬੀਰ ਜੀ ਵੀ ਜਿਹੜੇ ਸੀਗੇ ਉਹ ਵੀ ਇਸੇ ਤਰ੍ਹਾਂ ਉਹਨਾਂ ਦੀ ਅੰਤਮ ਜਿਹੜੀ ਕਿਰਿਆ ਸੀਗੀ ਉਹ ਇਸ ਤਰ੍ਹਾਂ ਹੋਈ ਸੀ। ਔਰ ਅੱਜ ਦਾਸ ਇਹਨਾਂ ਕਿਰਿਆਵਾਂ ਦੇ ਵਿੱਚੋਂ ਬਾਬਾ ਧੰਨਾ ਜੀ ਜਿਨ੍ਹਾਂ ਦਾ ਅੰਤਮ ਸਮਾਂ ਆਇਆ ਸੀਗਾ ਉਹ ਕਿਵੇਂ ਸੱਚਖੰਡ ਗਏ ਇਸ ਦੀ ਇੱਕ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ ਧੰਨ ਧੰਨ ਬਾਬਾ ਧੰਨਾ ਜੀ ਜਿਹੜਾ ਜੀਵਨ ਆ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਕਿਵੇਂ ਨਿਰਕਪਟ ਵਾ ਬਿਲਕੁਲ ਮਹਾਂਪੁਰਖਾਂ ਦਾ ਜਿਹੜਾ ਹਿਰਦਾ ਹੈਗਾ ਉਹ ਕੋਮਲ ਹੈ, ਦੁਨੀਆ ਦੀਆਂ ਚੁਸਤ ਚਲਾਕੀਆਂ ਤੋਂ ਪਰੇ ਆ। ਔਰ ਖ਼ਾਸ ਕਰਕੇ ਜਦ ਸਮਾਂ ਮੁੱਢਲਾ ਆਇਆ ਸੀਗਾ ਉਸ ਟਾਈਮ ਕਿਵੇਂ ਸੰਸਾਰ ਦੇ ਜਿਹੜੇ ਚਤਰ ਪੰਡਿਤ ਸੀਗੇ ਉਹਨਾਂ ਨੇ ਬਾਬਾ ਧੰਨਾ ਜੀ ਨੂੰ ਉਹਨਾਂ ਟਾਈਮਾਂ ਦੇ ਵਿੱਚ ਇੱਕ ਠਾਕਰ ਦੇ ਕੇ ਆਪਣੇ ਕੋਲੋਂ ਖਹਿੜਾ ਛਡਾਇਆ ਸੀਗਾ। ਪਰ ਹੁਣ ਬਾਬਾ ਧੰਨਾ ਜੀ ਦੀ ਨਜ਼ਰ ਦੇ ਵਿੱਚ ਉਹ ਠਾਕਰ ਆਮ ਪੱਥਰ ਨਹੀਂ ਸੀਗਾ, ਉਹ ਖੁਦ ਪਰਮੇਸ਼ਰ ਤਾਂ ਬਾਬਾ ਧੰਨਾ ਜੀ ਨੂੰ ਭਾਸਦਾ ਸੀਗਾ। ਕਿਉਂ ਜੈਸੀ ਜਿਹੀ ਭਾਵਨਾ ਹੈਗੀ ਹੈ ਨਾ ਉਹ ਇਸੀ ਮੁਰਾਦ ਹੈਗੀ ਹੈ। ਇਸੇ ਕਰਕੇ ਸਾਨੂੰ ਮਹਾਂਪੁਰਖਾਂ ਨੇ ਆਖਿਆ ਹੈ ਕਿ ਜੈਸੀ ਨੀਅਤ ਤੈਸੀ ਮੁਰਾਦ। ਹੁਣ ਬਾਬਾ ਧੰਨਾ ਜੀ ਦੀ ਅੰਦਰ ਜਿਹੜੀ ਨੀਅਤ ਬਿਲਕੁਲ ਸਾਫ਼ ਆ, ਉਹਦੇ ਵਿੱਚ ਕੋਈ ਹੇਰ ਫੇਰ ਨਹੀਂ ਆ, ਮਨ ਬਿਲਕੁਲ ਸ਼ੁੱਧ ਹੈਗਾ, ਉਹਦੇ ਵਿੱਚ ਠਾਕਰ ਨੂੰ ਮਿਲਣ ਦੀ ਤੜਫ ਹੈਗੀ ਆ। ਸੋ ਉਹ ਜਿਹੜੀ ਤੜਫ ਹੈਗੀ ਆ ਉਹ ਫਿਰ ਕਿਵੇਂ ਪਰਮੇਸ਼ਰ ਨੇ ਪੂਰੀ ਕੀਤੀ ਆਪ ਸੰਗਤਾਂ ਜਾਣਦੀਆਂ। ਜਿਵੇਂ ਭਾਈ ਗੁਰਦਾਸ ਜੀ ਦਾ ਕਥਨ ਹੈਗਾ ਕਿ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ, ਧੰਨੇ ਡਿੱਠਾ ਚਲਤੇ ਪੁੱਛੇ ਬ੍ਰਾਹਮਣ ਆਖ ਸੁਣਾਵੇ, ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਸੋ ਇਹ ਸਾਰੀ ਜਿਹੜਾ ਭਾਈ ਗੁਰਦਾਸ ਦੀ ਬਾਣੀ ਆ ਇਹ ਧੰਨੇ ਜੀ ਦੇ ਜੋ ਪੱਕੀ ਬਾਣੀ ਬਾਬਾ ਗੁਰਦਾਸ ਜੀ ਦੀ ਆ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਕਿਵੇਂ ਧੰਨੇ ਜੀ ਨੇ ਫਿਰ ਉਹਨਾਂ ਟਾਈਮਾਂ ਦੇ ਵਿੱਚ ਜਦ ਇਸ ਠਾਕਰ ਨੂੰ ਨਵਾਇਆ ਸੀਗਾ, ਇਸ਼ਨਾਨ ਕਰਾਇਆ ਸੀ, ਟਿਕਾਇਆ ਸੀਗਾ, ਫਿਰ ਲੱਸੀ ਰੋਟੀ ਇਹ ਆਦਿਕ ਜਿਹੜੇ ਪਦਾਰਥ ਸੀਗੇ ਸਾਦੇ ਉਹ ਰੱਖ ਕੇ ਭੋਗ ਲਾਉਣ ਵਾਸਤੇ ਕਿਹਾ ਸੀਗਾ ਕਿ ਤੁਸੀਂ ਹੁਣ ਭੋਜਨ ਛਕੋ। ਦੇਖੋ ਜਿਸ ਪੰਡਤ ਤੋਂ ਇਹ ਜਿਹੜਾ ਠਾਕਰ ਬਾਬਾ ਧੰਨਾ ਜੀ ਨੇ ਲਿਆ ਸੀਗਾ, ਹੁਣ ਬਾਬਾ ਧੰਨਾ ਜੀ ਮੰਨਦੇ ਸੀਗਾ ਕਿ ਇਹ ਠਾਕਰ ਉਹਨਾਂ ਪੰਡਤ ਤੋਂ ਹੱਥੀਂ ਭੋਜਨ ਛਕਦਾ ਹੈਗਾ। ਪਰ ਹੁਣ ਅਸਲੀ ਗੱਲ ਜਿਹੜੀ ਸੀ ਉਹ ਬਾਬਾ ਜੀ ਨੂੰ ਪਤਾ ਨਹੀਂ ਸੀ ਧੰਨਾ ਜੀ ਨੂੰ, ਪਰ ਉਹਨਾਂ ਨੇ ਆਪਣੀ ਜਿੱਦ ਪ੍ਰੇਮ ਦੇ ਵਿੱਚ ਪੱਕੀ ਕਰਕੇ ਇਹ ਜਿਹੜਾ ਸੰਕਲਪ ਬਣਾਇਆ ਸੀਗਾ ਕਿ ਅਗਰ ਤੁਸੀਂ ਭੋਜਨ ਨਹੀਂ ਛਕੋਗੇ ਤਾਂ ਮੈਂ ਵੀ ਭੋਜਨ ਨਹੀਂ ਛਕੂੰਗਾ। ਕਿਵੇਂ ਪਰਮੇਸ਼ਰ ਉਸ ਪੱਥਰ ਦੇ ਵਿੱਚੋਂ ਪ੍ਰਤੱਖ ਪ੍ਰਗਟ ਹੋ ਗਿਆ ਅਤੇ ਬਾਬਾ ਧੰਨਾ ਜੀ ਦੇ ਹੱਥੋਂ ਪ੍ਰਸ਼ਾਦਾ ਵੀ ਛਕਿਆ, ਲੱਸੀ ਵੀ ਪੀਤੀ ਅਤੇ ਨਾਲ ਗੱਲਾਂ ਵੀ ਕੀਤੀਆਂ। ਸੋ ਇਸ ਤਰ੍ਹਾਂ ਬਾਬਾ ਧੰਨਾ ਜੀ ਦਾ ਜਿਹੜਾ ਜੀਵਨ ਹੈਗਾ
ਉਹ ਪਰਮੇਸ਼ਰ ਨੂੰ ਬਹੁਤ ਭਾਗਿਆ। ਕਿਉਂ? ਭਾਈ ਗੁਰਦਾਸ ਜੀ ਨੇ ਦੱਸਿਆ ਕਿ ਗੋਬਿੰਦ ਭਉ ਭਗਤ ਦਾ ਭੁੱਖਾ, ਪਰਮੇਸ਼ਰ ਜਿਹੜਾ ਇਹ ਪ੍ਰੇਮਾ ਭਗਤੀ ਦਾ ਭੁੱਖਾ ਹੈਗਾ। ਅਤੇ ਅੰਤ ਸਮੇਂ ਬਾਬਾ ਧੰਨਾ ਜੀ ਦਾ ਜਦ ਆਇਆ ਸੀਗਾ, ਉਸ ਟਾਈਮ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈਗਾ ਕਿ ਜਦੋਂ ਬਾਬਾ ਧੰਨਾ ਜੀ ਸੱਚਖੰਡ ਜਾਣ ਲੱਗੇ ਸੀ, ਉਸ ਤੋਂ ਇੱਕ ਦਿਨ ਪਹਿਲਾਂ ਬਾਬਾ ਧੰਨਾ ਜੀ ਜਿਹੜੇ ਸੀਗੇ ਆਪਣਾ ਗੱਡਾ ਲੈ ਕੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਘੁੰਮੇ ਸੀ। ਅਤੇ ਸਾਰਿਆਂ ਨੂੰ ਬਾਬਾ ਧੰਨਾ ਜੀ ਨੇ ਉੱਚੀ ਉੱਚੀ ਪੁਕਾਰ ਕੇ ਇਹ ਆਖਿਆ ਸੀਗਾ ਕਿ ਭਾਈ ਅਸੀਂ ਸੱਚਖੰਡ ਜਾਣਾ ਹੈਗਾ, ਜਿਸ ਨੇ ਵੀ ਸਾਡੇ ਨਾਲ ਸੱਚਖੰਡ ਜਾਣਾ ਹਨ ਉਹ ਸਾਡੇ ਗੱਡੇ 'ਤੇ ਬੈਠ ਜਾਓ। ਜਦ ਇਹ ਜਿਹੜੀ ਪੁਕਾਰ ਸੀ ਬਾਬਾ ਧੰਨਾ ਜੀ ਨੇ ਉੱਚੀ ਉੱਚੀ ਆਲੇ ਦੁਆਲੇ ਨਗਰਾਂ ਦੇ ਵਿੱਚ ਦਿੱਤੀ ਸੀ, ਅਤੇ ਉਹਨਾਂ ਦੀ ਇਹ ਜਿਹੜੀ ਗੱਲ ਸੁਣ ਕੇ ਆਮ ਕਰਕੇ ਜਿਹੜੇ ਲੋਕ ਸੀ ਉੱਚੀ ਉੱਚੀ ਹੱਸਣ ਲੱਗੇ ਸੀਗੇ। ਉਹ ਕਹਿਣ ਲੱਗੇ ਕਿ ਦੇਖੋ ਇਹ ਜਿਹੜਾ ਜੱਟ ਕਿੰਨਾ ਸਿੱਧਰਾ ਅਤੇ ਪੱਧਰਾ ਹੈਗਾ, ਕਦੀ ਗੱਡੇ 'ਤੇ ਬੈਠ ਕੇ ਵੀ ਕੋਈ ਸੱਚਖੰਡ ਗਿਆ ਹੈਗਾ। ਸੱਚਖੰਡ ਕੋਈ ਖੇਡ ਹੈਗੀ ਆ। ਲੋਕ ਜਿਹੜੇ ਸੀ ਬਾਬਾ ਧੰਨਾ ਜੀ ਦੀ ਇਸ ਗੱਲ ਦਾ ਉਹਨਾਂ ਟਾਈਮਾਂ 'ਚ ਮਖੌਲ ਉਡਾਉਂਦੇ ਸੀਗੇ। ਪਰ ਕੁਛ ਸ਼ਰਧਾਲੂ ਐਸੇ ਸੀਗੇ ਜਿਹੜੇ ਬਾਬਾ ਧੰਨਾ ਜੀ ਦੇ ਪੱਕੇ ਸੇਵਕ ਸੀ, ਜਿਨ੍ਹਾਂ ਨੂੰ ਬਾਬਾ ਧੰਨਾ ਜੀ ਦਾ ਇਹ ਪੂਰਾ ਪਤਾ ਸੀਗਾ ਕਿ ਬਾਬਾ ਧੰਨਾ ਜੀ ਜੋ ਮੁਖ ਤੋਂ ਬੋਲਦੇ ਬਿਲਕੁਲ ਸੱਚ ਹੈਗੀ ਆ। ਉਸ ਟਾਈਮ ਇਹ ਇੱਕ ਐਸਾ ਮੌਕਾ ਸੀਗਾ ਕਿ ਜਿਸ ਮੌਕੇ ਨੂੰ ਬਾਬਾ ਧੰਨਾ ਜੀ ਦੇ ਉਹ ਪ੍ਰੇਮੀ, ਉਹ ਸੱਚੇ ਸ਼ਰਧਾਲੂ ਸਾਂਭ ਕੇ ਬੈਠ ਗਏ ਔਰ ਬਾਬਾ ਧੰਨਾ ਜੀ ਦੇ ਗੱਡੇ 'ਤੇ ਸਵਾਰ ਹੋ ਕੇ ਬੈਠੇ। ਜਦ ਜਿਹੜੇ ਪ੍ਰੇਮੀ ਬਾਬਾ ਧੰਨਾ ਜੀ ਦੇ ਗੱਡੇ ਦੇ ਉੱਤੇ ਬੈਠ ਗਏ ਸੀ ਉਹਨਾਂ ਟਾਈਮਾਂ ਦੇ ਵਿੱਚ, ਪਰ ਉਹ ਵੀ ਦੁਨੀਆ ਨੇ ਉਹਨਾਂ ਨੂੰ ਵੀ ਮਖੌਲ ਕੀਤਾ ਕਿ ਬਾਬਾ ਧੰਨਾ ਇਹ ਤਾਂ ਅਣਜਾਣ ਹੈਗਾ, ਪਰ ਤੁਸੀਂ ਇਹਦੇ ਨਾਲ ਕਿਉਂ ਸਾਥ ਦੇ ਰਹੇ ਆ। ਪਰ ਬਾਬਾ ਧੰਨਾ ਜੀ ਦੇ ਸ਼ਰਧਾਲੂ ਨੇ ਉਸ ਟਾਈਮ ਦੁਨੀਆ ਦੀ ਪਰਵਾਹ ਨਹੀਂ ਕੀਤੀ, ਅਤੇ ਇਸ ਤਰ੍ਹਾਂ ਜਦ ਗੱਡੇ 'ਤੇ ਬੈਠੇ ਰਹੇ ਆ। ਫਿਰ ਦੱਸਦੇ ਆ ਜਦ ਉਹ ਜਿਹੜਾ ਅੰਤ ਕਛਾਣ ਜਿਹਦੇ ਵਿੱਚ ਸੱਚਖੰਡ ਜਾਣਾ ਸੀਗਾ, ਜਦ ਉਹ ਸਮਾਂ ਆਇਆ, ਉਸ ਟਾਈਮ ਆਲੇ ਦੁਆਲੇ ਦੇ ਜਿਹੜੇ ਨਗਰ ਦੇ ਲੋਕ ਸੀ ਕੀ ਦੇਖਿਆ ਕਿ ਬਾਬਾ ਧੰਨਾ ਜੀ ਦੇ ਗੱਡੇ ਦੇ ਉੱਤੇ ਸਵਾਰ ਸਾਰੇ ਜਿਹੜੇ ਸ਼ਰਧਾਲੂ ਸੀ ਉਹ ਨਾਮ ਬਾਣੀ ਦਾ ਜਾਪ ਕਰ ਰਹੇ ਸੀ। ਅਚਨਚੇਤ ਕੀ ਹੋਇਆ, ਬਾਬਾ ਧੰਨਾ ਜੀ ਦਾ ਇਹ ਗੱਡਾ ਸਣੇ ਸ਼ਰਧਾਲੂਆਂ ਇਹ ਆਕਾਸ਼ ਮਾਰਗ ਨੂੰ ਉੱਪਰ ਜਾਣਾ ਸ਼ੁਰੂ ਹੋ ਗਿਆ। ਜਦ ਆਕਾਸ਼ ਮਾਰਗ ਨੂੰ ਉੱਪਰ ਜਾਣਾ ਸ਼ੁਰੂ ਹੋ ਗਿਆ ਤੇ ਸਾਰੀ ਦੁਨੀਆ ਦੇਖ ਕੇ ਚਕਰਤ ਰਹਿ ਗਈ ਕਿ ਐਡਾ ਭਾਰਾ ਗੱਡਾ ਇਹ ਕਿਵੇਂ ਆਕਾਸ਼ ਮਾਰਗ ਨੂੰ ਉੱਪਰ ਜਾ ਰਿਹਾ ਹੈਗਾ। ਪਰ ਜਿਉਂ ਦੁਨੀਆ ਜਿਹੜੀ ਸੀ ਉਹ ਦੇਖਦੀ ਗਈ, ਦੇਖ ਨੇ ਸਭ ਨੇ ਕੀ ਦੇਖਿਆ ਕਿ ਜਦ ਤੱਕ ਇਹ ਗੱਡਾ ਦੀਦਾ ਰਿਹਾ ਦੁਨੀਆ ਦੇਖਦੀ ਰਹੀ। ਅਖੀਰ ਫਿਰ ਇਹ ਜਦ ਗੱਡਾ ਜਿਹੜਾ ਸੀਗਾ ਇਹ ਕਾਫੀ ਉੱਪਰ ਚਲੇ ਗਿਆ। ਉਸ ਤੋਂ ਬਾਅਦ ਫਿਰ ਸਾਰੇ ਨਗਰ ਦੀ ਸੰਗਤ ਨੇ ਇਹ ਦੇਖਿਆ ਸੀਗਾ ਕਿ ਇਸ ਗੱਡੇ ਦੇ ਵਿੱਚੋਂ ਚਿੱਟੇ ਰੰਗ ਦਾ, ਸਫੇਦ ਰੰਗ ਦਾ ਧੂੰਆਂ ਨਿਕਲਿਆ ਸੀਗਾ। ਇਹ ਜਿਹੜੇ ਦੁਧੀਆ ਰੰਗ ਦਾ ਅੰਦਰੋਂ ਧੂੰਆਂ ਨਿਕਲਿਆ ਸੀਗਾ ਇਸ ਗੱਡੇ ਦੇ ਆਲੇ ਦੁਆਲੇ, ਇਸ ਦੁਧੀਆ ਰੰਗ ਦੇ ਧੂਏਂ ਦੇ ਅੰਦਰ ਇਹ ਜਿਹੜਾ ਗੱਡਾ ਸੀਗਾ ਇਹ ਅਦ੍ਰਿਸ਼ ਹੋ ਗਿਆ ਸੀਗਾ। ਉਸ ਤੋਂ ਬਾਅਦ ਫਿਰ ਸਭ ਨੇ ਮੰਨਿਆ ਸੀਗਾ ਕਿ ਬਾਬਾ ਧੰਨਾ ਜੀ ਸੰਦੇਹ ਆਪਣੇ ਸ਼ਰਧਾਲੂਆਂ ਸਮੇਤ ਆਪਣੇ ਹੀ ਗੱਡੇ 'ਤੇ ਸਵਾਰ ਹੋ ਕੇ ਸੱਚਖੰਡ ਚਲੇ ਗਏ ਆ। ਤਾਂ ਫਿਰ ਦੇਖੋ ਇਸ ਘਟਨਾ ਤੋਂ ਬਾਅਦ ਫਿਰ ਜਿਹੜੇ ਬਾਕੀ ਲੋਕ ਜਿਹੜੇ ਮਖੌਲ ਉਡਾਉਂਦੇ ਸੀ ਬਾਬਾ ਧੰਨਾ ਜੀ ਦਾ, ਉਹ ਫਿਰ ਸਿਰ ਮਾਰ ਕੇ ਰੋਣ ਲੱਗੇ ਕਿ ਅਗਰ ਅਸੀਂ ਇਸ ਗੱਲ ਦੇ ਉੱਤੇ ਯਕੀਨ ਕਰ ਜਾਂਦੇ ਤਾਂ ਅੱਜ ਅਸੀਂ ਵੀ ਸੰਦੇਹ ਸੱਚਖੰਡ ਚਲੇ ਜਾਂਦੇ। ਇਸ ਅਦੁੱਤੀ ਘਟਨਾ ਤੋਂ ਬਾਅਦ ਬਾਬਾ ਧੰਨਾ ਜੀ ਦੇ ਪਿੰਡ ਦਾ ਨਾਂ ਧੂਏ ਕਲਾਂ ਪਿਆ ਸੀ। ਸੋ ਇਹ ਹੈ ਪਰਮੇਸ਼ਰ ਜਦੋਂ ਆਪਣੇ ਭਗਤਾਂ ਦੇ ਨਾਲ ਲਾਡ ਲਡਾਉਂਦਾ ਅਤੇ ਇਸ ਲਾਡ ਦੇ ਅੰਦਰ ਦੁਨੀਆ ਦੇ ਵਿੱਚ ਉਹਨਾਂ ਦਾ ਮਾਣ ਤਾਣ, ਉਹਨਾਂ ਦੀ ਵਡਿਆਈ ਕਰਾਉਣ ਵਾਸਤੇ ਅੰਤ ਸਮੇਂ ਵੀ ਐਸਾ ਦੁਰਲੱਭ ਕੌਤਕ ਸੰਸਾਰ ਨੂੰ ਕਰਕੇ ਦਿਖਾਉਂਦਾ ਹੈਗਾ ਕਿ ਇਸ ਦੁਰਲੱਭ ਕੌਤਕ ਨੂੰ ਤੱਕ ਕੇ ਅਖੀਰ ਜਿਹੜੇ ਸੰਸਾਰ ਦੇ ਲੋਕੀ ਹੈਗੇ ਆ ਉਹ ਭਗਤਾਂ ਦੀ ਜੈ ਜੈਕਾਰ ਸਦਾ ਸਾਰੀ ਉਮਰ ਵਾਸਤੇ ਕਰਨ। ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।